ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ 100 ਚੰਦਾ ਉਗਵਾ ਹੈ ਸੂਰਜ ਚੜ੍ਹੇ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ। ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ। ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਗੁਰੂ ਦੀ ਮਿਹਰ ਸਦਕਾ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਅੱਜ ਇਸ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ
ਜੋ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਦੇਵ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 639 ਅਤੇ 40 ਅੰਗ ਤੇ ਸਬਾਏਮਾਨ ਲੰਮੇਰਾ ਸ਼ਬਦ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਨਾਲ ਸਾਨੂੰ ਨਿਵਾਜੀ ਹੈ। ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਸ਼ਬਦ ਦੀ ਆਰੰਭਤਾ ਇੱਥੋਂ ਕੀਤੀ ਹੈ। ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ ਦਾ ਭਾਵ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਉਹ ਇਸ ਸ਼ਬਦ ਨੂੰ ਉਚਾਰਨ ਕਰਨ ਵਾਲੇ ਨੇ। ਘਰ ਪਹਿਲਾ ਜਿੱਥੇ ਕੀਰਤਨੀਆਂ ਨੇ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ, ਉੱਥੇ ਪਹਿਲੇ ਘਰ ਦੇ ਵਿੱਚ ਵੀ ਇਹਨੂੰ ਗਾਇਨ ਕਰਨਾ। ਅਸ਼ਟਪਦੀਆਂ, ਅਸ਼ਟਪਦੀਆਂ ਦੇ ਅਰਥ ਨੇ 8 ਪਦਿਆਂ ਵਾਲਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 2 ਪਦੇ ਵੀ ਆਉਂਦਾ ਸ਼ਬਦ, 4 ਪਦੇ ਵੀ ਆਉਂਦਾ। ਅਸ਼ਟਪਦੀਆਂ 2 ਪਦੇ ਦੇ ਅਰਥ ਨੇ 2 ਪਦਿਆਂ ਵਾਲਾ, 4 ਪਦੇ ਦੇ ਅਰਥ ਨੇ 4 ਪਦਿਆਂ ਵਾਲਾ ਸ਼ਬਦ, ਅਸ਼ਟਪਦੀਆਂ ਦੇ ਅਰਥ ਨੇ 8-8 ਪਦਿਆਂ ਵਾਲਾ ਸ਼ਬਦ। ਤੇ ਕੱਲ੍ਹ ਇਸ ਪਾਵਨ ਅਸਥਾਨ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਆਇਆ ਸੀ, ਉਹਦੇ 34 ਪਦੇ ਸਨ। ਇੰਨਾ ਲੰਬੇਰਾ ਸ਼ਬਦ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਦਰਜ ਕੀਤੇ ਨੇ। ਅਸ਼ਟਪਦੀਆਂ ਦਾ ਅਰਥ ਹੈ 8 ਪਦਿਆਂ ਵਾਲਾ ਸ਼ਬਦ ਹੈ। ਛੋਟਾ ਮੂਲ ਮੰਤਰ ਮਹਾਰਾਜ ਜੀ ਨੇ ਦਰਜ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ ਤੇ ਸਤਿਗੁਰਾਂ ਦੇ ਪ੍ਰਸਾਦ ਦੇ ਨਾਲ ਸਾਨੂੰ ਮਿਲ ਸਕਦਾ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਡੀ ਇੱਕ ਪਰਮਾਤਮਾ ਤੱਕ ਪਹੁੰਚ ਹੋ ਸਕਦੀ। ਪਹਿਲੀ ਪੰਕਤੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹ ਪਰਮਾਤਮਾ ਜਿਹੜਾ ਸਾਰੇ ਜਗਤ ਨੂੰ ਪੈਦਾ ਕਰਨ, ਉਪਾਇਆ ਦੇ ਅਰਥ ਨੇ ਪੈਦਾ ਕਰਨ, ਕਰਨ ਕਾਰਨ ਸਮਰੱਥ। ਉਸ ਪਰਮਾਤਮਾ ਕੋਲ ਇੰਨੀ ਸਤਿਆ ਹੈ, ਇੰਨੀ ਤਾਕਤ ਹੈ, ਇੰਨੀ ਪਾਵਰ ਹੈ, ਇਸ ਸਾਰੇ ਬ੍ਰਹਿਮੰਡ ਨੂੰ ਬਣਾਉਣ ਵਾਲਾ ਹੈ। ਤੇ ਇਸ ਵੱਡੇ ਬ੍ਰਹਿਮੰਡ ਨੂੰ ਬਣਾਉਣ ਵਾਸਤੇ ਉਹਨੂੰ ਕਿਸੇ ਦੀ ਹੈਲਪ ਦੀ ਲੋੜ ਨਹੀਂ। ਇੱਕ ਬਿਲਡਿੰਗ ਬਣਾਉਣੀ ਹੋਵੇ ਨਾ, ਤੇ ਕਈ ਮਿਸਤਰੀ ਲਾਏ ਜਾਂਦੇ ਨੇ, ਕਈ ਮਜ਼ਦੂਰ ਲਾਏ ਜਾਂਦੇ ਨੇ, ਕੋਈ ਇਲੈਕਟ੍ਰੀਸ਼ਨ ਦਾ ਕੰਮ ਕਰ ਰਿਹਾ ਹੈ, ਕੋਈ ਟਾਈਲਾਂ ਦਾ ਕੰਮ ਕਰ ਰਿਹਾ ਹੈ, ਕੋਈ ਹੋਰ ਕੰਮ ਕਰ ਰਿਹਾ, ਪਿੱਲਰਾਂ ਦਾ। ਭਾਵ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੀ ਲੋੜ ਪੈਂਦੀ, ਕਿੰਨੇ ਕੁ ਮਟੀਰੀਅਲ ਦੀ ਲੋੜ ਪੈਂਦੀ, ਕਿੰਨਾ ਕੁ ਸਮਾਂ ਲੱਗਦਾ ਇੱਕ ਬਿਲਡਿੰਗ ਬਣਾਉਣ ਵਾਸਤੇ। ਪਰ ਪਰਮਾਤਮਾ ਵਿੱਚ ਇੰਨੀ ਤਾਕਤ ਹੈ, ਪਰਮਾਤਮਾ ਵਿੱਚ ਇੰਨੀ ਪਾਵਰ ਹੈ, ਉਹਨੇ ਏਡਾ ਵੱਡਾ ਬ੍ਰਹਿਮੰਡ ਬਣਾ ਦਿੱਤਾ। ਮੈਂ ਇੱਕ ਵਚਨ ਵਰਜਨ ਬੋਲਿਆ, ਵੈਸੇ ਇਹ ਸਾਡੀ ਨਜ਼ਰ ਦੇ ਵਿੱਚ ਇੱਕ ਬ੍ਰਹਿਮੰਡ ਸਾਨੂੰ ਨਜ਼ਰ ਆ ਰਿਹਾ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਤੇ ਬਹੁਤ ਅੱਗੇ ਦੀ ਗੱਲ ਕੀਤੀ। ਕਹਿਣ ਲੱਗੇ, ਬੰਦਿਆ ਤੇਰੇ ਕੋਲ ਨਜ਼ਰ ਹੀ ਇੰਨੀ, ਤੈਨੂੰ ਇੱਕ ਬ੍ਰਹਿਮੰਡ ਨਜ਼ਰ ਆਇਆ ਕਿਉਂਕਿ ਤੇਰਾ ਵਜੂਦ ਹੀ ਬਹੁਤ ਛੋਟਾ ਜਿਹਾ, ਪਰ ਇਹੋ ਜਿਹੇ ਕਰੋੜਾਂ ਬ੍ਰਹਿਮੰਡ ਪਰਮਾਤਮਾ ਨੇ ਬਣਾ ਦਿੱਤੇ। ਉਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਸ਼ਬਦ ਆਉਂਦਾ। ਮਹਾਰਾਜ ਜੀ ਕਹਿੰਦੇ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ। ਕਰੋੜਾਂ ਬ੍ਰਹਿਮੰਡ ਬਣਾ, ਤੇ ਏਡਾ ਵੱਡਾ ਬ੍ਰਹਿਮੰਡ ਬਣਾਇਆ ਹੈ, ਇਹ ਕਿਸੇ ਹੋਰ ਨੇ ਨਹੀਂ ਬਣਾਇਆ। ਕਿਉਂਕਿ ਗੁਰਬਾਣੀ ਦੇ ਵਿੱਚ ਅਸਲੀਅਤ ਬਿਆਨ ਕੀਤੀ ਗਈ। ਜਿਨ੍ਹਾਂ ਲੋਕਾਂ ਨੂੰ ਗੁਰਬਾਣੀ ਦੀ ਸੂਝ ਨਹੀਂ ਸੀ, ਜਿਨ੍ਹਾਂ ਨੂੰ ਸਮਝ ਨਹੀਂ ਸੀ, ਉਹਨਾਂ ਨੇ ਕਹਿ ਦਿੱਤਾ, ਨਹੀਂ ਜੀ ਇਸ ਸੰਸਾਰ ਨੂੰ 3 ਹਸਤੀਆਂ ਨੇ ਬਣਾਇਆ, ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਉਹਨਾਂ ਦੀ ਆਪਣੀ ਫਿਲਾਸਫੀ ਹੈ।
जितना को परमात्मा ने उन्होंने ज्ञान बख्शिया उन्होंने को उन्होंने बयान कर दिता, जितनी को समझ सी उन्होंने लोगों तक पहुँचा दी। पर धन गुरु नानक देव महाराज जी ने संसार दे विच आण के परमात्मा दे घर दी असलीयत नूं होर बहुत खुले लफ्ज़ां विच बयान करन। कहण लगे नहीं भाई, इन्हां तीन हस्तियां नूं तुसीं कहिंदे जे ना भी एक बनाउण वाला है, जगत नूं बनाउण वाला, सृष्टि नूं बनाउण वाला, एक उन्हां नूं भंडारे वंडण वाला ते एक उन्हां दा नाश करन वाला, भाव उन्हां नूं खत्म करन वाला। कहण लगे ये तीन ताकतां दा मालक केवल एक परमात्मा। हुण जे आपां उन्हां दी गल करिए ते उन्हां नूं भी ते किसे ने बनाया है ना, उन्हां नूं किहने बनाया? धन गुरु ग्रंथ साहब महाराज जी की बाणी कहती सारिਆਂ ਨੂੰ एक परमात्मा ने बनाया। ये बहुत वड्डी अज महाराज जी ने बख्शिश की, सानू ज्ञान बख्शिया। सब जग जिन्हें उपाया, सब जग दे अर्थ ने सारा जगत, सारा ब्रह्मांड, सारियां 84 लख जूना जो भी सानू नज़र आ रहे, इनू सारे नू बनाउण वाला कौन है? वो है एक परमात्मा, करण कारण समर्थ। ਉਹਦੇ ਕੋਲ ਇੰਨੀ ਸਮਰੱਥਾ ਹੈ, ਤਾਕਤ ਹੈ, ਉਹ ਇਹਨੂੰ ਸਾਰੇ ਨੂੰ ਬਣਾਉਣ ਦੇ ਸਮਰੱਥ ਹੈ। ਆਸਾ ਕੀ ਵਾਰ ਦੀ ਪਹਿਲੀ ਪੌੜੀ ਦੀ ਜਦੋਂ ਆਪਾਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵੀ ਸਤਿਗੁਰਾਂ ਨੇ ਐਸਾ ਖੁਲਾਸਾ ਕੀਤਾ, ਐਸਾ ਗਿਆਨ ਬਖਸ਼ਿਸ਼ ਕੀਤਾ। ਨਾ ਕਿਸੇ ਹੋਰ ਨਾ ਨਾਮ ਲਿਆ ਕਰੋ ਵੀ ਉਹਨੇ ਬਣਾਇਆ, ਉਹ ਭੰਡਾਰੇ ਵੰਡਣ ਵਾਲਾ ਤੇ ਉਹ ਨਾਸ਼ ਕਰਨ ਵਾਲਾ, ਨਹੀਂ, ਸਭ ਕੁਝ ਕਰਨ ਵਾਲਾ ਪਰਮਾਤਮਾ, ਉਹਦੇ ਤੋਂ ਬਿਨਾਂ ਕੋਈ ਨਹੀਂ ਜੀ। ਪਹਿਲੀ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ, ਤੂੰ ਜਾਣ ਹੋਏ ਸਭ ਸੇ, ਦੇ ਲੈਸੇ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਇੱਕ ਪਰਮਾਤਮਾ ਹੈ। ਸ਼ਬਦ ਬਹੁਤ ਲੰਬੇਰਾ, ਇੱਕ ਪੰਕਤੀ ਤੇ ਆਪਾਂ ਜ਼ਿਆਦਾ ਚਿਰ ਨਹੀਂ ਰੁਕ ਸਕਾਂਗੇ, ਕੇਵਲ ਇਹਦੇ ਅੱਖਰੀ ਅਰਥੀ ਹੋ ਜਾਣ ਤੇ ਬਹੁਤ ਵੱਡੀ ਗੱਲ, ਕਿਉਂਕਿ ਸਮਾਂ ਨੇੜੇ ਪਹੁੰਚ ਗਿਆ। ਮਹਾਰਾਜ ਜੀ ਕਹਿੰਦੇ ਨੇ ਸਭ ਜਗ ਜਿਨ੍ਹੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜਿਸ ਪਰਮਾਤਮਾ ਨੇ ਸਾਰਾ ਜਗਤ ਪੈਦਾ ਕੀਤਾ ਹੈ ਨਾ, ਸਾਰੇ ਮਨੁੱਖਾਂ ਨੂੰ ਪੈਦਾ ਕੀਤਾ, 84 ਲੱਖ ਜੂਨਾਂ ਪੈਦਾ ਕੀਤੀਆਂ ਨੇ, ਕਹਿਣ ਲੱਗੇ ਸੱਚ ਜਾਣਿਆ ਜੋ ਸਾਰੀਆਂ ਤਾਕਤਾਂ ਦਾ ਮਾਲਕ, ਕਰਨ ਕਾਰਨ ਸਮਰੱਥ, ਪੈਦਾ ਕਰਨ ਵਾਲਾ ਵੀ ਹੈ ਤੇ ਇਹਨਾਂ ਨੂੰ ਖਤਮ ਕਰਨ ਦੀ ਤਾਕਤ ਵੀ ਰੱਖਦਾ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹੇ ਸੀ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਰਤ ਦੇਹ ਤਰ ਸਭੂ। ਇਹਨੂੰ ਸਮੇਟਣ ਵਾਲਾ ਵੀ ਪਰਮਾਤਮਾ, ਇਹਦਾ ਫੈਲਾਓ ਕਰਨ ਵਾਲਾ ਵੀ ਪਰਮਾਤਮਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਰਸਨਾ ਤੋਂ ਬਚਨ ਕਹਿਣ ਦੀ ਦੇਰ ਸੀ, ਲੱਖਾਂ ਦਰਿਆ ਚੱਲ ਪਏ, ਲੱਖਾਂ ਨਦੀਆਂ ਵਹਿ ਤੁਰੀਆਂ, ਇਹੋ ਜਿਹੇ ਕਰੋੜਾਂ ਬ੍ਰਹਿਮੰਡ ਬਣ ਗਏ। ਇਹ ਪਰਮਾਤਮਾ ਇੰਨੀ ਤਾਕਤ ਦਾ ਮਾਲਕ। ਜਿਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਉਸ ਪਰਮਾਤਮਾ ਨੇ ਜਿੱਥੇ ਸਾਰਾ ਕੁਝ ਬਣਾਇਆ ਨਾ, ਉਹ ਬੰਦਿਆ ਤੇਰੇ ਪਿੰਡ ਨੂੰ ਬਣਾਉਣ ਵਾਲਾ ਵੀ ਉਹ ਪਰਮਾਤਮਾ। ਇੱਥੇ ਪਿੰਡ ਦੇ ਅਰਥ ਉਹ ਨਹੀਂ ਜਿਸ ਪਿੰਡ ਦੇ ਵਿੱਚ ਅਸੀਂ ਰਹਿ ਰਹੇ, ਜਿਸ ਨਗਰ ਦੇ ਵਿੱਚ ਰਹੇ। ਇੱਥੇ ਪਿੰਡ ਦੇ ਅਰਥ ਨੇ ਸਰੀਰ। ਆਹ ਜਿਹੜਾ ਸਰੀਰ ਸਾਡਾ ਬਣਾਇਆ ਹੈ ਨਾ, ਜੋ ਸਾਨੂੰ ਮਨੁੱਖਾ ਜਨਮ ਮਿਲਿਆ, ਇਹ ਵੀ ਸਰੀਰ ਸਾਡਾ ਪਰਮਾਤਮਾ ਨੇ ਬਣਾਇਆ ਤੇ ਵਿੱਚ ਜਿੰਦ ਟਿਕਾ ਦਿੱਤੀ। ਦੇ ਕਰ ਆਪਣੀ ਵੱਥ, ਵੱਥ ਦੇ ਅਰਥ ਨੇ ਸਤਿਆ, ਤਾਕਤ। ਇਹ ਵੀ ਸਭ ਕੁਝ ਪਰਮਾਤਮਾ ਨੇ ਆਪਣੀ ਕਿਰਪਾ ਦੇ ਨਾਲ, ਆਪਣੀ ਤਾਕਤ ਦੇ ਨਾਲ ਬਣਾਇਆ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਿਸ ਪਰਮਾਤਮਾ ਨੇ ਕਰੋੜਾਂ ਬ੍ਰਹਿਮੰਡ ਬਣਾ ਦਿੱਤੇ ਨੇ, ਜਿਸ ਪਰਮਾਤਮਾ ਨੇ ਸਾਡਾ ਸਰੀਰ ਬਣਾ ਦਿੱਤਾ ਹੈ, ਉਹਦੇ ਸਰੂਪ ਨੂੰ ਅਸੀਂ ਕਿਵੇਂ ਬਿਆਨ ਕਰੀਏ, ਉਹਦੇ ਘਰ ਦੀਆਂ ਰਹਿਮਤਾਂ ਨੂੰ ਕਿਵੇਂ ਬਿਆਨ ਕਰੀਏ। ਉਹ ਪਰਮਾਤਮਾ ਅਥਾਹ ਹੈ, ਬੇਅੰਤ ਹੈ। ਬੇਅੰਤ ਪਰਮਾਤਮਾ ਦਾ ਅੰਤ ਛੋਟਾ ਜਿਹਾ ਮਨੁੱਖ ਨਹੀਂ ਜੇ ਪਾ ਸਕਦਾ। ਸਾਡਾ ਤੇ ਵਜੂਦ ਬਹੁਤ ਛੋਟਾ ਹੈ, ਪਰਮਾਤਮਾ ਬਹੁਤ ਵਿਸ਼ਾਲ ਹੈ। ਇਸੇ ਕਰਕੇ ਗੁਰਬਾਣੀ ਨੇ ਪਰਮਾਤਮਾ ਦੀ ਗੱਲ ਕਰਦਿਆਂ ਬਚਨ ਕਹਿ ਦਿੱਤੇ ਸੀ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਏ। ਇੱਕ ਦਰਿਆ ਹੈ ਤੇ ਦਰਿਆ ਦੇ ਵਿੱਚ ਇੱਕ ਛੋਟੀ ਜਿਹੀ ਮੱਛੀ ਹੈ। ਹੁਣ ਮੱਛੀ ਕਿੱਡੀ ਕੁ ਉਹਦਾ ਵਜੂਦ ਹੈ, ਤੁਸੀਂ ਵੇਖਦੇ ਹੋ ਨਾ, ਏਡੇ ਵਿਸ਼ਾਲ ਦਰਿਆ ਦਾ ਕੀ ਉਹ ਅੰਤ ਪਾ ਸਕਦੀ, ਦੱਸ ਸਕਦੀ ਉਹਦੇ ਬਾਰੇ? ਨਹੀਂ।
ਕੇਵਲ ਆਪਣਾ ਜੀਵਨ ਬਤੀਤ ਕਰ ਸਕਦੀ, ਉਹਦੇ ਵਿੱਚ ਜ਼ਿੰਦਗੀ ਦੇ 4 ਦਿਨ ਕੱਢ ਸਕਦੀ। ਇਸੇ ਤਰ੍ਹਾਂ ਪਰਮਾਤਮਾ ਦਰਿਆ ਦੀ ਨਿਆਈ ਹੈ, ਵਿਸ਼ਾਲ ਹੈ। ਬੰਦਾ ਇੱਕ ਛੋਟੀ ਜਿਹੀ ਮੱਛੀ ਦੀ ਨਿਆਈ ਹੈ। ਜਿਵੇਂ ਮੱਛੀ ਪਰਮਾਤਮਾ ਦਾ ਵਾਹਿਗੁਰੂ ਦਰਿਆ ਦਾ ਅੰਤ ਨਹੀਂ ਪਾ ਸਕਦੀ, ਉਸੇ ਤਰ੍ਹਾਂ ਬੰਦਾ ਵੀ ਪਰਮਾਤਮਾ ਦਾ ਅੰਤ ਨਹੀਂ ਜੇ ਪਾ ਸਕਦਾ। ਫਿਰ ਪੁੱਛੇ ਮਹਾਰਾਜ ਕੀ ਕਰਨਾ ਚਾਹੀਦਾ ਹੈ ਸਾਨੂੰ? ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਤੂੰ ਆਹ ਕੰਮ ਕਰ, ਗੁਰ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੇ ਤੱਥ। ਤੂੰ ਅੰਤ ਨਹੀਂ ਪਾਉਣਾ, ਤੂੰ ਗੁਰੂ ਵਾਲਾ ਬਣ ਕੇ ਉਸ ਪਰਮਾਤਮਾ ਨੂੰ ਸਲਾਉਣਾ ਹੈ, ਉਸ ਪਰਮਾਤਮਾ ਦੀ ਵਡਿਆਈ ਕਰਨੀ। ਪਰ ਸਾਡਾ ਸੁਭਾਅ ਪਤਾ ਕੀ ਬਣ ਗਿਆ? ਅਸੀਂ ਗੁਰੂ ਦੀ ਵਡਿਆਈ ਨਹੀਂ ਕਰਦੇ, ਅਸੀਂ ਪਰਮਾਤਮਾ ਦੀ ਵਡਿਆਈ ਨਹੀਂ ਕਰਦੇ, ਅਸੀਂ ਦੁਨੀਆ ਦੇ ਬੰਦਿਆਂ ਦੀ ਵਡਿਆਈ ਬਹੁਤ ਕਰਦੇ। ਤੇ ਕੱਲ ਮਹਾਰਾਜ ਜੀ ਨੇ ਬੜਾ ਸੁਚੇਤ ਕੀਤਾ ਸੀ ਸਾਨੂੰ। ਮਹਾਰਾਜ ਕਹਿੰਦੇ ਸੀ, ਦੁਨੀਆ ਨਾ ਸਲਾਹੇ ਜੋ ਮਰਵੰਜ ਸੀ। ਬੰਦਿਆ, ਉਹਨਾਂ ਬੰਦਿਆਂ ਨੂੰ ਸਲਾਹ ਰਹੇ ਜਿਨ੍ਹਾਂ ਨੇ ਵਿਚਾਰਿਆਂ ਨੇ ਕੱਲ ਖਤਮ ਹੋ ਜਾਣਾ। ਪਤਾ ਨਹੀਂ ਕਿੰਨਾ ਕੁ ਚਿਰ ਉਹ ਬੰਦਾ ਸੰਸਾਰ ਵਿੱਚ ਉਹਦੀ ਵਡਿਆਈ ਵਿੱਚ ਹੀ ਆਪਣੀ ਜ਼ਿੰਦਗੀ ਕੱਢੀ ਜਾਣਾ ਹੈ। ਜੇ ਸਲਾਉਣਾ ਹੀ, ਜੇ ਵਡਿਆਈ ਕਰਨੀ ਤੇ ਇੱਕ ਪਰਮਾਤਮਾ ਦੀ ਕਰਿਆ ਕਰ। ਮੇਰੇ ਮਨ ਜਪੀਏ ਹਰ ਭਗਵੰਤਾ, ਉਹ ਮੇਰੇ ਮਨਾ ਜਪ ਸਲਾਹ ਉਸ ਪਰਮਾਤਮਾ ਨੂੰ ਸਿਮਰ। ਪੁੱਛਿਆ ਜੀ ਕਿਹਨੂੰ? ਕਹਿਣ ਲੱਗੇ ਹਰ ਭਗਵੰਤਾ, ਜਿਹੜਾ ਹਰੀ ਹੈ, ਜਿਹੜਾ ਭਗਵਾਨ ਹੈ, ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ। ਪੁੱਛੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਉਸ ਭਗਵਾਨ ਦੇ ਨਾਮ ਨੂੰ ਜਪਾਂਗੇ ਤੇ ਸਾਨੂੰ ਵੀ ਕੁਝ ਮਿਲੇਗਾ ਕਿ ਨਹੀਂ? ਕੁਝ ਪ੍ਰਾਪਤ ਹੋਏਗਾ ਕਿ ਨਹੀਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹਾਂ ਭਾਈ ਵੇਖ, ਜਦੋਂ ਇੱਕ ਭਗਵਾਨ ਦੇ ਨਾਮ ਨੂੰ ਜਪੇਗਾ ਨਾ, ਜਿੰਨੇ ਵੀ ਤੇਰੇ ਦੁੱਖ ਨੇ, ਜਿੰਨੀਆਂ ਵੀ ਤੇਰੀਆਂ ਤਕਲੀਫਾਂ ਨੇ, ਨਾਮ ਨੂੰ ਜਪਣ ਦੇ ਨਾਲ ਸਾਰੀਆਂ ਖਤਮ ਹੋ ਜਾਣ। ਤੇ ਕੋਈ ਸ਼ੱਕ ਨਹੀਂ ਗੁਰਮੁਖੋ, ਨਾਮ ਜਪਣ ਦੇ ਨਾਲ ਦੁੱਖ ਖਤਮ ਹੁੰਦੇ ਨੇ, ਨਾਮ ਜਪਣ ਦੇ ਨਾਲ ਬਿਪਤਾ ਟਲਦੀ ਹੈ, ਖਤਮ ਹੀ ਹੁੰਦੀ ਹੈ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪਹਿਰ ਅਰਾਧੀਏ ਪੂਰਨ ਸਤਿਗੁਰੂ ਗਿਆਨ। ਜਾ ਕੇ ਘਰ ਸਭ ਕਿਛ ਹੈ ਭਾਈ, 9 ਨਿਧ ਭਰੇ ਭੰਡਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਜਣਾ ਉਸ ਪਰਮਾਤਮਾ ਦੇ ਘਰ ਦੇ ਵਿੱਚ ਇੱਕ ਨਹੀਂ, 2 ਨਹੀਂ, ਸਭ ਕੁਛ ਹੈ। ਜਿੱਥੇ ਬਹੁਤ ਕੁਝ ਕਹਿ ਦਈਏ ਨਾ, ਉੱਥੇ ਕੁਝ ਨਾ ਕੁਝ ਬਾਕੀ ਰਹਿ ਜਾਂਦਾ ਹੈ। ਪਰਮਾਤਮਾ ਦੇ ਘਰ ਦੇ ਵਿੱਚ ਬਹੁਤ ਕੁਝ ਨਹੀਂ। ਰਾਜੇ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਪਰਮਾਤਮਾ ਦੇ ਘਰ ਦੇ ਵਿੱਚ ਸਭ ਕੁਝ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਪੜ੍ਹਦੇ ਹੋ ਨਾ, ਉਹਦੇ ਵਿੱਚ ਮਹਾਰਾਜ ਜੀ ਨੇ ਖੁਲਾਸਾ ਕੀਤਾ ਹੈ। ਮਹਾਰਾਜ ਕਹਿਣ ਲੱਗੇ, ਆ ਤੈਨੂੰ ਰੱਬ ਦੇ ਘਰ ਦੇ ਬਾਰੇ ਦੱਸਾਂ। ਸਾਚੇ ਸਾਹਿਬਾਂ ਕਿਆ ਨਹੀਂ ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕੁਛ ਹੈ। ਉੱਥੇ ਸਭ ਕੇ ਸ਼ਬਦ ਵਰਤੇ, ਬਹੁਤ ਕੁਝ ਨਹੀਂ। ਜਿੱਥੇ ਬਹੁਤ ਕੁਝ ਕਹਿ ਜੀਏ ਨਾ, ਉੱਥੇ ਕੁਝ ਨਾ ਕੁਝ ਬਾਕੀ ਰਹਿ ਜਾਂਦਾ। ਪਰ ਜਿੱਥੇ ਸਭ ਸ਼ਬਦ ਆ ਜਾਏ ਨਾ, ਉੱਥੇ ਸਾਰਾ ਕੁਝ ਆ ਜਾਏ। ਸਾਚੇ ਸਾਹਿਬਾਂ ਕਿਆ ਨਹੀਂ ਘਰ ਤੇਰਾ ਹੈ, ਘਰ ਤਾਂ ਤੇਰੇ ਸਭ ਕੁਛ ਹੈ। ਜਿਸ ਦੇਹੇ ਸੋ ਪਾਵੇਂ, ਜਿਹਦੇ ਤੇ ਤੂੰ ਕਿਰਪਾ ਕਰਦਾ ਹੈ, ਉਹਨੂੰ ਸਾਰੀਆਂ ਦਾਤਾਂ ਹੀ ਮਿਲ ਜਾਂਦੀਆਂ ਨੇ। ਮਹਾਰਾਜ ਜੀ ਉਹ ਜ਼ਿਕਰ ਕਰਦੇ ਪਏ ਨੇ, ਜਾਂ ਕੇ ਘਰ ਸਭ ਕੁਛ ਹੈ ਭਾਈ, 9 ਨਿਧ ਭਰੇ ਭੰਡਾਰ। ਉਸ ਪਰਮਾਤਮਾ ਦੇ ਘਰ ਦੇ ਭੰਡਾਰੇ ਜਿਹੜੇ ਨੇ ਨਾ, ਖਜ਼ਾਨੇ ਨੇ, 9 ਨਿਧ ਸਾਰਿਆਂ ਦੇ ਨੇ ਭਰੇ ਪਏ ਨੇ, ਸਾਰੇ ਦੁਨੀਆ ਦੇ ਖਜ਼ਾਨਿਆਂ ਨਾਲ ਭਰੇ ਪਏ ਨੇ। ਤੇ ਜਿਸ ਪਰਮਾਤਮਾ ਦੇ ਘਰ ਦੇ ਖਜ਼ਾਨੇ ਭਰੇ ਪਏ ਨੇ, ਉਹ ਬੰਦਿਆ ਤੂੰ ਕਿਉਂ ਨਹੀਂ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ? ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗੰਮ ਅਪਾਰ। ਉਸ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੀਮਤ ਦੇ ਅਰਥ ਨੇ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜੋ ਮੈਂ ਬਿਆਨ ਕੀਤਾ ਬਸ ਉਹਨਾਂ ਕੁਝ ਹੀ ਪਰਮਾਤਮਾ ਦੇ ਘਰ ਦੇ ਵਿੱਚ ਨਹੀਂ। ਪਤਾ ਨਹੀਂ ਕਿੰਨਾ ਕੁਝ ਪਰਮਾਤਮਾ ਦੇ ਘਰ, ਕੀ ਕੁਝ ਬਣਾ ਛੱਡਿਆ ਪਰਮਾਤਮਾ, ਕੀ ਕੁਝ ਕਰ ਰਿਹਾ ਹੈ। ਇਹ ਤੇ ਕੇਵਲ ਥੋੜ੍ਹਾ ਜਿਹਾ ਬਿਆਨ ਕਰਦੇ ਹਾਂ, ਉਹਨੂੰ ਪ੍ਰੋਪਰ ਤੌਰ ਤੇ ਕੋਈ ਨਹੀਂ ਜੇ ਬਿਆਨ ਕਰ ਸਕਦਾ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਜੀ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਉਸ ਪਰਮਾਤਮਾ ਦਾ ਸੁਭਾਅ ਕੀ ਹੈ? ਉਹ ਸਾਰੇ ਜੀਵਾਂ ਨੂੰ ਪੈਦਾ ਕਰਕੇ ਨਾ, ਤੇ ਫਿਰ ਉਹਨਾਂ ਦੀ ਪ੍ਰਤਪਾਲਣਾ ਵੀ ਕਰਦਾ ਹੈ। ਇਹ ਨਹੀਂ ਕਹਿੰਦਾ ਵੀ ਜਾ ਤੈਨੂੰ ਮੈਂ ਮਨੁੱਖਾ ਜਨਮ ਦੇ ਦਿੱਤਾ, ਹੁਣ ਭਾਵੇਂ ਭੁੱਖਾ ਬਹਿ ਤੇ ਭਾਵੇਂ ਰੋਟੀ ਖਾ ਕੇ ਬਹਿ, ਮੇਰੀ ਕੋਈ ਜ਼ਿੰਮੇਵਾਰੀ। ਕਈ ਵਾਰੀ ਨਾ ਆਪਾਂ ਸੰਸਾਰ ਵਿੱਚ ਵੇਖਦੇ ਹਾਂ, ਕਿਸੇ ਨੂੰ ਬੱਚੇ ਨੂੰ ਪਾਲਿਆ ਹੋਵੇ, ਜਦੋਂ ਜਵਾਨ ਹੋ ਜਾਂਦਾ ਨਾ, ਤੇ ਕਈ ਵਾਰੀ ਮਾਤਾ ਪਿਤਾ ਵੀ ਉਹਨੂੰ ਸਮਝਾਉਣ ਵਾਸਤੇ ਕਹਿੰਦੇ ਨੇ, ਬੇਟਾ ਤੂੰ 18 ਸਾਲ ਦਾ ਹੋ ਗਿਆ, ਹੁਣ ਜਾ, ਮੇਰੇ ਕੋਲ ਨਹੀਂ ਖਵਾਇਆ ਜਾਂਦਾ, ਆਪਣੀ ਕਰ ਤੇ ਖਾ, ਭਾਵੇਂ ਤੈਨੂੰ ਕੰਮ ਮਿਲੇ ਤੇ ਭਾਵੇਂ ਨਾ, ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਪਰ ਪਰਮਾਤਮਾ ਦਾ ਸੁਭਾਅ ਐਸਾ ਨਹੀਂ। ਉਹ ਕਹਿੰਦੇ ਨੇ, ਨਹੀਂ, ਮੈਂ ਤੈਨੂੰ ਜਨਮ ਦਿੱਤਾ ਹੈ ਨਾ, ਤੇ ਖਾਣ ਵਾਸਤੇ ਰੋਜੀ ਵੀ ਦੇਵਾਂ, ਤੈਨੂੰ ਭੁੱਖਾ ਨਹੀਂ ਰਹਿਣ ਦੇਵਾਂ।
ਇਸੇ ਕਰਕੇ ਮਹਾਰਾਜ ਜੀ ਨੇ ਉਸ ਪਰਮਾਤਮਾ ਦੀ ਵਡਿਆਈ ਵਿੱਚ ਬਚਨ ਕਿਹਾ ਸੀ, ਐਸੇ ਦਾਤੇ ਨੂੰ ਸਿਮਰਿਆ ਕਰ ਜਿਹੜਾ ਸਾਰੀ ਜ਼ਿੰਦਗੀ ਤੇਰੀ ਸੰਭਾਲ ਕਰਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਨ ਮੈਂ ਜੰਤ ਉਪਾਏ ਤਿਨਾ ਵੀ ਰੋਜੀ ਦੇ। ਉੱਥੇ ਹਟ ਨਾ ਚੱਲੇ, ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀਵ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾ ਤਿਨਾ ਪਿਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਰ ਰਿਜਕ ਆਗੇ ਕਰ ਤਰਿਆ। ਜੀ ਜੰਤ ਪ੍ਰਤਪਾਲ ਦਾ ਭਾਈ, ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਭਾਰ ਗਨੀ ਮਨ ਗਾਰੇ, ਪਸ਼ ਪਸ਼ੂ ਨਗ ਨਾਗ ਨਰਾ ਤਪ, ਸਰਬ ਸਮੈ ਸਭ ਕੋ ਪ੍ਰਤਪਾਰੇ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੇ, ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰਦੇਤ ਨਹਾਰੇ। ਜੀ ਜੰਤ ਪ੍ਰਤਪਾਲ ਦਾ 84 ਲੱਖ ਜੋਨੋ ਪਾਈ, ਰਿਜਕ ਦਿਆ ਸਭ ਹੂੰ ਕੋ ਤਦਕਾ। ਇਹ ਸਾਰੇ ਜਿਹੜੇ ਪ੍ਰਕਰਨ ਨੇ ਨਾ ਸਾਡੇ ਸਿੱਖ ਵਿਦਵਾਨਾਂ ਨੇ ਇਸੇ ਪ੍ਰਕਰਨ ਦੇ ਵਿੱਚ ਰੱਖੇ ਨੇ ਵੀ ਪਰਮਾਤਮਾ ਸਾਡੀ ਪ੍ਰਤਪਾਲਨਾ ਕਰਦਾ ਹੈ, ਸਾਡੀ ਸੰਭਾਲ ਕਰਦਾ ਹੈ। ਜੀ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ, ਹਰ ਰੋਜ਼ ਪਰਮਾਤਮਾ ਸਾਡੀ ਸੰਭਾਲ ਪਿਆ ਕਰਦਾ। ਸਤਿਗੁਰ ਪੂਰਾ ਭੇਟੀਏ ਭਾਈ, ਸ਼ਬਦ ਮਿਲਾਵਣਹਾਰ। ਜਿਸ ਪਰਮਾਤਮਾ ਦੀ ਵਡਿਆਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਦੇ ਪਏ ਨੇ ਨਾ, ਤੇ ਸਿੱਖ ਪੁੱਛਦੇ ਨੇ ਮਹਾਰਾਜ ਏਡਾ ਵੱਡਾ ਪਰਮਾਤਮਾ, ਇੰਨਾ ਦਿਆਲੂ ਪਰਮਾਤਮਾ ਸਾਨੂੰ ਮਿਲ ਜਾਏਗਾ, ਉਹਦੇ ਦਰਸ਼ਨ ਹੋ ਜਾਣਗੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਨਾਲ ਜਵਾਬ ਵੀ ਦੇਈ ਜਾਂਦੇ ਨੇ। ਕਹਿਣ ਲੱਗੇ ਹਾਂ ਸਿੱਖਾ, ਇੱਕ ਕੰਮ ਕਰਨਾ ਪਏਗਾ, ਏਡਾ ਵੱਡਾ ਪਰਮਾਤਮਾ ਮਿਲ ਜਾਏਗਾ। ਪੁੱਛਿਆ ਕਿਵੇਂ? ਕਹਿਣ ਲੱਗੇ ਸਤਿਗੁਰ ਪੂਰਾ ਭੇਟੀਏ। ਭੇਟੀਏ ਦੇ ਅਰਥ ਨੇ ਮਿਲ ਜਾਣਾ। ਜਿਸ ਬੰਦੇ ਨੂੰ ਪੂਰਾ ਮੁਰਸ਼ਿਦ ਮਿਲ ਜਾਏ, ਜਿਸ ਬੰਦੇ ਨੂੰ ਪੂਰਾ ਗੁਰੂ ਮਿਲ ਜਾਏ, ਤੇ ਪੂਰਾ ਗੁਰੂ ਹੈ ਜਿਹੜਾ ਪੂਰੇ ਪਰਮਾਤਮਾ ਤੱਕ ਸਾਨੂੰ ਪਹੁੰਚਾ ਸਕਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨੇ ਤੁਰੇ ਪਿਆ ਸੰਜੋਗ। ਸਤਿਗੁਰ ਪੂਰਾ ਭੇਟੀਏ ਭਾਈ, ਸ਼ਬਦ ਮਿਲਾਵਨਹਾਰ। ਗੁਰੂ ਮਿਲ ਜੇ ਨਾ ਤੇ ਗੁਰੂ ਆਪਣੇ ਸ਼ਬਦ ਵਿੱਚ ਜੋੜ ਦਿੰਦਾ, ਪਰਮਾਤਮਾ ਦੇ ਨਾਮ ਵਿੱਚ ਜੋੜ ਦਿੰਦਾ। ਤੇ ਜਿਹੜਾ ਨਾਮ ਵਿੱਚ ਜੁੜ ਜਾਂਦਾ ਹੈ ਨਾ, ਉਹਦਾ ਤੇ ਪਰਮਾਤਮਾ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਉਹ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ, ਲੀਨ ਹੋ ਜਾਂਦਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਸੱਚੇ ਚਰਨ ਸਿਰੇਵੀਐ, ਸੱਚੇ ਦੇ ਅਰਥ ਨੇ ਸਦਾ ਰਹਿਣ ਵਾਲਾ ਪਰਮਾਤਮਾ ਜਿਹੜਾ ਹੈ ਨਾ, ਉਹਦੇ ਚਰਨ। ਸਿਰੇਵੀਐ ਦੇ ਅਰਥ ਨੇ ਸੇਵਿਆ ਕਰ, ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਕਰ। ਹੋਏਗਾ ਕਿ ਭਰਮ ਭਉ ਹੋਵੇ ਨਾਸ, ਦੋ ਚੀਜ਼ਾਂ ਦਾ ਨਾਸ ਹੋ ਜਾਏਗਾ। ਇੱਕ ਤੇ ਭਰਮ ਜਿਹੜਾ ਹੈ ਨਾ, ਉਹ ਖਤਮ ਹੋ ਜਾਏਗਾ। ਭਰਮ ਕੀ ਹੈ? ਸਾਡੇ ਮਨ ਵਿੱਚ ਭਰਮ ਵੀ ਸੰਗਤ ਵਿੱਚ ਜਾਣੇ ਪਤਾ ਨਹੀਂ ਕੁਝ ਮਿਲਣਾ ਹੈ ਕਿ ਨਹੀਂ। ਸਾਡੇ ਮਨ ਵਿੱਚ ਭੁਲੇਖਾ ਵੀ ਬਾਣੀ ਪੜ੍ਹਦੇ ਪਤਾ ਨਹੀਂ ਕੁਝ ਮਿਲਣਾ ਹੈ ਕਿ ਨਹੀਂ। ਸਾਡੇ ਮਨ ਵਿੱਚ ਭਰਮ ਵੀ ਅਸੀਂ ਅਰਦਾਸ ਕਰਦੇ ਹਾਂ ਪਤਾ ਨਹੀਂ ਗੁਰੂ ਨਾਨਕ ਸੁਣਦਾ ਹੈ ਕਿ ਨਹੀਂ। ਇਹ ਸਾਡੇ ਅੰਦਰ ਭਰਮ ਭੁਲੇਖੇ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਸਾਰੇ ਭਰਮ ਹੀ ਨਿਕਲ ਜਾਣਗੇ, ਸਾਰੇ ਸ਼ੰਕੇ ਦੂਰ ਹੋ ਜਾਣਗੇ ਜਦੋਂ ਕਿਤੇ ਪਰਮਾਤਮਾ ਦੇ ਨਾਮ ਨੂੰ ਜਪੇਂਗੇ। ਭਉ ਦੇ ਅਰਥ ਨੇ ਡਰ। ਕਹਿਣ ਲੱਗੇ ਡਰ ਵੀ ਖਤਮ ਹੋ ਜਾਣੇ। ਡਰ ਕਾਹਦਾ ਹੈ? ਜਮਾ ਦਾ ਡਰ ਹੈ, ਮੌਤ ਦਾ ਡਰ ਹੈ। ਅੱਜ ਰੋਜੀ ਰੋਟੀ ਮਿਲ ਰਹੀ, ਕੰਮ ਚੱਲ ਰਿਹਾ, ਕੱਲ੍ਹ ਨੂੰ ਪਤਾ ਨਹੀਂ ਕੀ ਬਣੇਗਾ। ਡਰ ਹੀ ਹੈ ਨਾ ਸਾਡੇ ਮਨ ਦੇ ਵਿੱਚ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਰੇ ਡਰ ਹੀ ਲੱਥ ਜਾਣ ਜਦੋਂ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏਗਾ। ਮਿਲ ਸੰਤ ਸਭਾ ਮਨ ਮਾਂਜੀਐ, ਭਾਈ ਹਰ ਕੇ ਨਾਮ ਨਿਵਾਸ। ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਜਨ ਨੇ ਨਾ, ਜਿਹੜੇ ਬੰਦਗੀ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਗੁਰਮੁਖ ਪਿਆਰੇ ਗੁਰੂ ਦੀ ਗੋਦ ਵਿੱਚ ਜੁੜਦੇ ਨੇ, ਕਹਿਣ ਲੱਗੇ ਉਹਨਾਂ ਦੀ ਸਭਾ ਵਿੱਚ ਬੈਠਿਆ ਕਰ। ਸਭਾ ਤੋਂ ਭਾਵੇਂ ਜਿੱਥੇ ਗੁਰਮੁਖ ਪਿਆਰੇ ਰੋਜ਼ ਬੈਠਦੇ ਨੇ, ਬਾਣੀ ਪੜ੍ਹਦੇ ਨੇ, ਪਰਮਾਤਮਾ ਦੀਆਂ ਗੱਲਾਂ ਕਰਦੇ ਨੇ, ਪਰਮਾਤਮਾ ਦੀਆਂ ਕਥਾ ਕਹਾਣੀਆਂ ਕਰਦੇ ਨੇ, ਉਹਨਾਂ ਕੋਲ ਬਿਆ ਕਰ। ਜਿੱਥੇ ਚਾਰ ਬੰਦੇ ਨਸ਼ੇ ਕਰਨ ਵਾਲੇ ਬੈਠੇ ਹੋਣ ਉੱਥੇ ਨਾ ਬੈਠਿਆ ਕਰ। ਜਿੱਥੇ ਜੂਆ ਖੇਡਣ ਵਾਲੇ ਬੈਠੇ ਹੋਣ ਉੱਥੇ ਨਾ ਬੈਠਿਆ ਕਰ। ਜਿੱਥੇ ਭੈੜੀ ਬੁੱਧੀ ਵਾਲੇ ਦੁਸ਼ਟ ਬੰਦੇ ਬੈਠੇ ਹੋਣ ਉੱਥੇ ਨਾ ਜਾਇਆ ਕਰ। ਜਿੱਥੇ ਨਾਮ ਜਪਣ ਵਾਲੇ ਬੈਠੇ ਹੋਣ ਨਾ, ਉੱਥੇ ਜਾ ਕੇ ਬੈਠਿਆ ਕਰ। ਤੇ ਹੋਵੇਗਾ ਕਈ ਹਰ ਕੈ ਨਾਮ ਨਿਵਾਸ। ਜਦੋਂ ਗੁਰਮੁਖਾਂ ਦੀ ਸੰਗਤ ਕਰੇਗਾ ਤੇਰੇ ਹਿਰਦੇ ਵਿੱਚ ਨਿਵਾਸ ਹੋ ਜਾਏਗਾ, ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਏਗਾ। ਮਿਟੇ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪ੍ਰਗਾਸ। ਜਿਹੜਾ ਸਾਡੇ ਅੰਦਰ ਹਨੇਰਾ ਹੈ ਨਾ ਅਗਿਆਨਤਾ ਦਾ,
सानू समझ ही नहीं। कादी समझ नहीं? असी संसार विच की करन वास्ते आए। तो अजकल का बच्चा कहेगा मैं पढ़िया लिखिया बच्चा, मैनू पता मैं संसार दे विच पढ़ाई करके डॉक्टर बनना, वकील बनना, जज बनना, इंजीनियर बनना, ये मेरी जिंदगी का एम है, मकसद है, कोई शक नहीं। ये भी असी अपने बच्चों को बनाना है। पर एक चीज़ होर असी बच्चे नूं सिखाउणी, वो पता किहड़ी सी? वो ये सी जिहड़ा अज्ञानता का हनेरा करके सानू सारी जिंदगी समझ नहीं आए। वो ये सी गुरबाणी पढ़ के समझ आउणी सी, भाई गुरु नानक देव महाराज कृपा करे तू डॉक्टर भी बन जाए, तू इंजीनियर बने, तू वकील बने, तू सब कुछ बने, पर नाल नाल जपजी साहब की बाणी पढ़िया कर, गुरु नानक देव महाराज जी की कृपा का पात्र भी बनना, तू धर्मी भी बनना सी, तू गुरु वाला भी बनना सी। ये अज्ञानता का हनेरा जिहड़ा है ना, ये जो गुरु मिलता है, नाम जपण वालियां दी संगत करते हैं, उदों सानू पता लग, फिर सानू चानण मिलता है। तां ही धन गुरु अंगद देव महाराज जी ने बचन कैसी, जे 100 चंदा उगवें सूरज चढ़े हजार, इते चानण हुंदियां गुरबिन घोर अंधार। भाई गुरु वाला बन, अंदर दा हनेरा तां खत्म होएगा, तां तैनूं पता लगेगा मैं आया की करन सी। भई प्राप्त मानुख दिहुरिया, गोबिंद मिलन की ए तेरी बरिया, अवर काज तेरे किते ना काम। आ हनेरा खत्म होना सी, आ कम करना सी, मिल साध संगत भज केवल नाम। आ भी काम असी करना सी, गुरु की संगत करनी सी, परमात्मा का नाम जपना सी। मिटे अंधेरा, ये हनेरा उदों खत्म होना है जिस वेले असी गुरु वाले बन के नाम जपांगे। भाई कमल होवे प्रगाव, तेरे हिरदा रूपी जिहड़ा कौल है ना, ਉਹਦੇ अंदर प्रकाश हो जाएगा, खिड़ जाएगा। गुर बचनी सुख उपजे भाई, सब फल सतगुर पाल। महाराज कहन लगे जो गुरु के बचनों को कमाएगा ना, गुरु के बचन की ने बाणी, बाणी नूं पढ़ना, इनू कमाउणा, गुरु के हुक्म विच तुरना, इनू कहंदे ने गुरु के बचनों को कमाउणा। जो गुरु के बचनों को कमाएगा सुख उपजाए, तेरे घर दे विच सुख पैदा होएगा, तेरे अंदर खेड़ा पैदा होएगा। सब फल सतगुर पास। हुण गुरु दे कोल एक दात नहीं, दो दातां नहीं, सब फल महाराज जी ने जिक्र किया। सब फल के अर्थ ने सारियां दातां गुरु के घर दे विच जिहड़ी भी मंगेगा ना, वही दात तेरी झोली विच पै जे। इसे करके महाराज जी ने बचन कहे सी, जो मांगै ठाकुर अपने ते, सोई सोई देवै, नानक दास मुख ते जो बोले, इहां उहां सच होवे। जितड़े फल मन बांछीऐ, तितड़े सतगुर पाओ। अज असीं कहने हैं ना, असीं ते बहुत कुछ मंगते, सानू मिलता ही नहीं। तो बाबा आनंद सिंह जी कहते सी, तेनू मंगना ही नहीं आया, तू तो एक दाता मंगदा है ना। कहन लगे तू गुरु नूं क्यों नहीं मंग लैंदा, तू नाम नूं क्यों नहीं मंग लैंदा। जिहड़ा गुरु नूं मंग लैंदा है ना, ਉਹਨੂੰ एक एक दात मंगण की लोड़ नहीं, सारा कुछ ਉਹਦੀ ਝੋਲੀ ਵਿੱਚ ਪੈ ਜਾਂਦਾ। ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਸੀ, ਉਹ ਚਲਾਕ ਬੜਾ ਸੀ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨੇ ਚਿੱਠੀ ਲਿਖੀ, ਤੇ ਚਿੱਠੀ ਵਿੱਚ ਲਿਖ ਦਿੱਤਾ, ਮਹਾਰਾਜ ਮੇਰੇ ਪੁੱਤਰ ਦੀ ਸ਼ਾਦੀ ਹੈ, ਸੋਹਣਾ ਚੰਦੋਵਾ ਤੁਹਾਡੇ ਘਰ ਦੇ ਵਿੱਚ ਉਹ ਵੀ ਭੇਜ ਦਿਓ, ਮੇਰੀ ਸ਼ਾਨੋ ਸ਼ੌਕਤ ਵੱਧ ਜਾਏਗੀ। ਪ੍ਰਸ਼ਾਦੀ ਹਾਥੀ ਤੁਹਾਡੇ ਘਰ ਦੇ ਵਿੱਚ ਉਹ ਵੀ ਭੇਜ ਦਿਓ, 5 ਕਲਾ ਸ਼ਸਤਰ ਉਹ ਵੀ ਭੇਜ ਦਿਓ, ਹੋਰ ਵੀ ਕਈ ਚੀਜ਼ਾਂ ਲਿਖ ਕੇ ਨਾ ਚਿੱਠੀ ਲਿਖ ਕੇ ਮਹਾਰਾਜ ਨੂੰ ਭੇਜ ਦਿੱਤੀ ਵੀ ਮੇਰੇ ਪੁੱਤਰ ਦੀ ਸ਼ਾਦੀ ਅਮੋਲਕ ਦਾਤਾ ਨੇ ਸਤਿਗੁਰਾਂ ਦੇ ਘਰ ਦੇ ਵਿੱਚ। ਉਹ ਜਿਸ ਵੇਲੇ ਮੈਂ ਘਰ ਵਿੱਚ ਆਉਣਗੀਆਂ, ਰਾਜੇ ਮਹਾਰਾਜੇ ਨੇ ਆਉਣਾ ਹੈ, ਤੇ ਉਹ ਤੇ ਹੈਰਾਨ ਹੋਣਗੇ ਵੀ ਭੀਮ ਚੰਦ ਤੇ ਬਹੁਤ ਵੱਡਾ ਰਾਜਾ, ਇਹੋ ਜਿਹੀਆਂ ਚੀਜ਼ਾਂ ਅਸੀਂ ਕਿਸੇ ਦੇ ਰਾਜੇ ਦੇ ਕੋਲ ਵੇਖੀਆਂ ਨਹੀਂ। ਤੇ ਹੈ ਅੰਦਰੋਂ ਬੇਈਮਾਨ ਸੀ, ਉਹਨੇ ਸੋਚਿਆ ਸੀ ਵੀ ਇੱਕ ਵਾਰੀ ਉਹਨਾਂ ਫਕੀਰਾਂ ਕੋਲੋਂ ਮੈਂ ਚੀਜ਼ਾਂ ਲੈ ਲਵਾਂ, ਪਰਤ ਕੇ ਮੈਂ ਕਿਹੜੀਆਂ ਦੇਣੀਆਂ, ਜੇ ਕਿਤੇ ਜ਼ਬਰਦਸਤੀ ਕਰਾਂਗੇ ਮੈਂ ਜੰਗਲ ਕਰਕੇ ਤੇ ਉਹਨਾਂ ਦੇ ਸਿੱਖਾਂ ਨੂੰ ਖਤਮ ਕਰ ਦਾਂਗਾ। ਤੇ ਜਿਸ ਵੇਲੇ ਚਿੱਠੀ ਮਹਾਰਾਜ ਜੀ ਕੋਲ ਪਹੁੰਚੀ ਨਾ, ਤੇ ਸਿੱਖ ਨੇ ਚਿੱਠੀ ਪੜ੍ਹ ਕੇ ਸੁਣਾਈ, ਕਹਿਣ ਲੱਗੇ ਮਹਾਰਾਜ ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਤੇ ਆਹ ਚੀਜ਼ਾਂ ਮੰਗੀਆਂ। ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾ ਪਏ, ਹੱਸ ਪਏ, ਕਹਿਣ ਲੱਗੇ ਓ ਮੂਰਖਾ, ਜਿੱਥੇ ਇੰਨਾ ਕੁ ਚਿੱਠੀ ਵਿੱਚ ਲਿਖ ਦਿੱਤਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ। ਕਹਿਣ ਲੱਗੇ ਇੰਨਾ ਕੁ ਲਿਖ ਦਿੰਦਾ ਨਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਮੇਰੇ ਘਰ ਦੇ ਵਿੱਚ ਮੇਰੀ ਪੁੱਤਰ ਦੀ ਸ਼ਾਦੀ ਵਿੱਚ ਸ਼ਮੂਲੀਅਤ ਕਰੋ। ਕਹਿਣ ਲੱਗੇ ਜਿੱਥੇ ਗੁਰੂ ਨੇ ਆ ਜਾਣਾ ਅਸੀਂ ਉੱਥੇ ਸਭ ਕੁਝ ਹੀ ਆ ਜਾਣਾ। ਸੱਚ ਜੇ ਗੁਰਮੁਖੋ, ਅਸੀਂ ਗੁਰੂ ਨੂੰ ਨਹੀਂ ਮੰਗਦੇ, ਅਸੀਂ ਦਾਤਾ ਮੰਗਦੇ। ਪਰ ਮਹਾਰਾਜ ਕਹਿਣ ਲੱਗੇ ਗੁਰੂ ਨੂੰ ਮੰਗ ਲਿਆ ਕਰ, ਨਾਮ ਨੂੰ ਮੰਗ ਲਿਆ ਕਰ, ਜਿੱਥੇ ਗੁਰੂ ਪਰਮਾਤਮਾ ਆ ਜਾਏ ਨਾ ਉੱਥੇ ਮੰਗਣ ਦੀ ਲੋੜ ਨਹੀਂ, ਸਾਰਾ ਕੋਈ ਤੇਰੇ ਘਰ ਦੇ ਵਿੱਚ ਆ ਜਾਣਾ। ਸਤਿਗੁਰੂ ਕਿਰਪਾ ਕਰਨ। ਥੋੜ੍ਹੇ ਕੋਈ ਸ਼ਬਦ ਦੀ ਵਿਚਾਰ ਹੋਈ ਹੈ, ਸਮਾਂ ਸਮਾਪਤ ਹੋ ਗਿਆ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪ੍ਰੇਮ ਦੇ ਨਾਲ
ਤੁਸੀਂ ਰੋਜ਼ ਗੁਰੂ ਘਰ ਦੇ ਵਿੱਚ ਪਹੁੰਚ ਕੇ ਕੀਰਤਨ ਅਤੇ ਕਥਾ ਸਰਵਣ ਕਰਦੇ ਜੀ। ਇਸੇ ਤਰ੍ਹਾਂ ਜੁੜੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत फिरत फिरत प्रभ आया, परया तो सरनाए, नानक की प्रभ बेनती, अपनी भगति लाय। निमाणियों के मान गुरु, गुरु गरीब आज, गुरु गरीब हे गोविंद हे गोपाल, हे गोविंद हे गोपाल, हे गोविंद हे गोपाल, हे दयाल लाल, हे दयाल लाल, हे गोविंद हे गोपाल, हे गोविंद हे गोपाल, हे दयाल लाल, हे दयाल लाल, हे गोविंद हे गोपाल, हे गोविंद हे गोपाल। प्राणनाथ अनाथ सके, प्राणनाथ अनाथ सके, दीन दर्द निवार। जी दीन दर्द निवार, हे गोविंद हे गोपाल, हे गोविंद हे गोपाल, हे दयाल लाल, हे दयाल लाल, हे गोविंद हे गोपाल, हे गोविंद हे गोपाल। हे सम्राट अगम पूरन, हे सम्राट अगम पूरन, मोहे माया तार। जी मोहे माया
ਗੋਬਿੰਦ ਹੇ ਗੋਪਾਲ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਹੇ ਦਇਆਲ ਲਾਲ ਹੇ ਗੋਬਿੰਦ ਹੇ ਗੋਪਾਲ ਹੇ ਗੋਬਿੰਦ ਹੇ ਗੋਬਿੰਦ ਹੇ ਗੋਬਿੰਦ ਹੇ ਗੋਪਾਲ। ਅਵਲ ਅੱਲਾ ਨੂਰੇ ਉਪਾਇਆ ਅਵਲ ਅੱਲਾ ਨੂਰੇ ਉਪਾਇਆ ਅਵਲ ਅੱਲਾ ਨੂਰੇ ਉਪਾਇਆ ਜੀ ਅਵਲ ਅੱਲਾ ਨੂਰੇ ਉਪਾਇਆ ਅਵਲ ਅੱਲਾ ਨੂਰੇ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਅਵਲ ਅੱਲਾ ਨੂਰੇ ਉਪਾਇਆ ਅਵਲ ਅੱਲਾ ਨੂਰੇ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਅਵਲ ਅੱਲਾ ਨੂਰੇ ਉਪਾਇਆ ਅਵਲ ਅੱਲਾ ਨੂਰੇ ਉਪਾਇਆ। ਏਕ ਨੂਰ ਤੇ ਸਭ ਜਗ ਉਪਜਿਆ ਸਭ ਜਗ ਉਪਜਿਆ ਜੀ ਏਕ ਨੂਰ ਤੇ ਸਭ ਜਗ ਉਪਜਿਆ
खालिक खालिक खालक मैं खालक खलक मैं खालिक पूर रहो सब ठाई पूर रहो सब ठाई अवल अला अनुर उपाया अवल अला अनुर उपाया कुदरत के सब बंदे कुदरत के सब बंदे अवल अला अनुर उपाया अवल अला नूर उपाया माटी एक अनेक पात कार अनेक पात कार जी माटी एक अनेक पात कार अनेक पात कर साची साजन हारे ना किछ पोच माटी के पाने माटी के पाने ना किछ पोच माटी के पांडे माटी के पाले ना कछ पोच
ਉਪਜੈ